ਜਦੋਂ ਲੋਭੀ ਰਾਜਿਆਂ ਦੀਆਂ ਮਾੜੀਆਂ ਨੀਤੀਆਂ ਵਿੱਚ ਮਾਨਵਤਾ ਲੁਕ ਰਹੀ ਸੀ। जरूरत सी एक अलौकिक प्रकाश जो सलाह प्रदर्शित करे। लोकां नूं लोड़ सी एक गुरु दी। ਇਹ अलौकिक प्रकाश ज्ञान ਦੀ ਨੂਰਾਨੀ ਜੋਤ ਜਗਮਗਾਈ पंजाब ਵਿੱਚ। सन 1469 ਕੱਕਰ ਦੀ ਪੂਰਨਮਾਸ਼ੀ ਦੀ ਰਾਤ ਜਗਮਗਾਉਂਦੇ ਚੰਦਰਮਾ ਦੀ ਰੋਸ਼ਨੀ ਵਿੱਚ ਤਲਵੰਡੀ ਪਿੰਡ ਵਿੱਚ ਇੱਕ ਬਾਲਕ ਦਾ ਆਗਮਨ ਹੋਇਆ। ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ। ਉਹਨਾਂ ਦੀ ਆਭਾ ਅੰਦਰ ਬਚਪਨ ਤੋਂ ਹੀ ਇੱਕ ਅਨੋਖਾ ਤੇਜ ਸੀ। सन 1504 ਨੂੰ 35 ਸਾਲ ਦੀ ਉਮਰ ਵਿੱਚ ਪਵਿੱਤਰ ਕਾਲੀ ਹੋਈ ਨਦੀ ਦੇ ਕੰਢੇ ਗੁਰੂ ਦੇ ਰੂਪ ਵਿੱਚ ਉਹਨਾਂ ਨੇ ਪਹਿਲੇ ਸ਼ਬਦ ਕਹੇ, परमात्मा एक है, उन्होंने नाम सच्चा है, वही इस सृष्टि दे करता है। वो कह तो रहे थे उन्होंने किसी नाल वैर नहीं, ना कोई आकार ना कोई मूरत। वो सदीवी हैं, ना जन्म ना मौत। वो परतक हैं, उन्होंने दी होंद समय दे चक्कर तो परे है। इस प्रकार एक ओंकार सतनाम की शिक्षा दे के उन्होंने निर्मलता सिख धर्म चलाया। श्री गुरु नानक देव जी की इस जोत नूं 9 गुरुओं ने जगदी रखा। श्री गुरु अंगद देव जी ने श्री गुरु नानक देव जी की बाणी में सुना दिया। श्री गुरु अमरदास जी ने सेवा नूं साधना बनाया। उन्होंने लंगर की पवित्र परंपरा नूं पंगत के रूप में जन जन के मन तक पहुंचाया। श्री गुरु रामदास जी के हत्था ने रामदासपुर की नींव रखी, जो अगे चल के अमृतसर पाई। श्री गुरु अर्जन देव जी ने सारे गुरुओं के ज्ञान नूं सच्ची राह आदि ग्रंथ के रूप में संग्रहित किया। श्री गुरु हरगोबिंद साहब जी ने अकाल तख्त की स्थापना की, समझाया मेरी अते पीरी दोहां का संतुलन ही सच्चा जीवन है, पर पीरी प्राथमिकता है। श्री गुरु हरराय जी अते श्री गुरु हरकृष्ण जी ने करुणा दया अते सेवा नूं धर्म दा आधार बनाया। 8 साल की उम्र विच श्री गुरु हरकृष्ण जी जदों ज्योति जोत समाउण दे नेड़े सन, सारे इंतजार विच सन कि वो कहण कौन होणगे अगले गुरु। गुरु जी ने केवल ये शब्द कहे, बाबा बकाला। ज्ञान दी जोत जो सालां तो जग रही सी, उसदे अगले गुरु कौन होणगे? इस सच ते ही हनेरे दे बदल सन। एक सिख बगारी समंदर विचकार तूफान विच फसे। तब उन्होंने गुरु अगे अरदास की, जेकर सारे सलामत रहे तां ओ गुरु नूं सोने दियां 500 मोहरां भेंट करनगे। गुरु ने बेड़ा पार लगाया। मक्खन शाह बकाला पहुंचे ते उन्होंने एक नहीं 2 नहीं 22 लोग मिले। उन्होंने कहा 80 गुरु हाँ। मक्खन शाह सारे नूं 5-5 सोने दियां मोहरां देंदे गए।
ਸਾਰੇ ਅਸੀਸਾਂ ਦਿੰਦੇ ਕਰ ਸਭ ਦਾ ਛਲ ਸਾਹਮਣੇ ਆਉਂਦਾ ਗਿਆ, ਪਰ ਗੁਰੂ ਜੀ ਫੇਰ ਵੀ ਨਾ ਮਿਲੇ। ਅੰਤ ਵਿੱਚ ਉਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਤੇਗ ਬਹਾਦਰ ਜੀ ਕੋਲ ਪਹੁੰਚੇ। ਮੱਖਣ ਸ਼ਾਹ ਨੇ 5 ਸੋਨੇ ਦੀਆਂ ਮੋਹਰਾਂ ਭੇਂਟ ਕੀਤੀਆਂ। ਗੁਰੂ ਜੀ ਨੇ ਕਿਹਾ, ਗੁਰੂ ਲਈ ਸਿੱਖਿਆ ਦਾ ਕੋਈ ਮੁੱਲ ਨਹੀਂ ਹੈ, ਪਰ ਬਚਨ ਤੁਸੀਂ 500 ਸੋਨੇ ਦੀਆਂ ਮੋਹਰਾਂ ਦਾ ਕੀਤਾ ਸੀ, ਅਤੇ ਸੱਚਾ ਸਿੱਖ ਵਚਨ ਨਿਭਾਉਂਦਾ ਹੈ। ਇਹ ਗੱਲ ਸੁਣਦੇ ਹੀ ਮੱਖਣ ਸ਼ਾਹ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਉਹ ਉੱਠ ਦੌੜੇ ਅਤੇ ਸਾਰਿਆਂ ਨੂੰ ਕਿਹਾ, ਗੁਰੂ ਲਾਦੋਰੇ, ਗੁਰੂ ਲਾਦੋਰੇ। ਨਾਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ, ਜਿਨ੍ਹਾਂ ਨੇ ਮਾਨਵਤਾ ਅਤੇ ਸ਼ਹਾਦਤ ਦੀ ਬੇਜੋੜ ਮਿਸਾਲ ਕਾਇਮ ਕੀਤੀ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਮਾਤਾ ਨਾਨਕੀ ਦੇ ਸਭ ਤੋਂ ਛੋਟੇ ਸੁਪੁੱਤਰ ਸਨ ਤਿਆਗਮਲ। ਬਚਪਨ ਤੋਂ ਹੀ ਉਹ ਸਮਝਦੇ ਸੀ ਸੇਵਾ, ਸ਼ਾਂਤੀ ਅਤੇ ਤਿਆਗ ਨੂੰ, ਪਰ ਨਾਲ ਹੀ ਤਲਵਾਰ ਵਿੱਚ ਉਹਨਾਂ ਦੀ ਅਲੱਗ ਧਾਰ ਸੀ। 13 ਸਾਲ ਦੀ ਉਮਰ ਵਿੱਚ ਕਰਤਾਰਪੁਰ ਦੀ ਜੰਗ ਵਿੱਚ ਉਹਨਾਂ ਦੀ ਤਲਵਾਰ ਅਜਿਹੀ ਚਲਾਈ ਕਿ ਦੁਸ਼ਮਣ ਦੌੜ ਗਏ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਦ ਉਹਨਾਂ ਨੂੰ ਨਵੇਂ ਨਾਮ ਨਾਲ ਬੁਲਾਇਆ, ਤੇਗ ਬਹਾਦਰ। ਤੇਗ ਬਹਾਦਰ ਜੀ ਪਿਤਾ ਜੀ ਦੀ ਸੇਵਾ ਵਿੱਚ, ਸੰਗਤਾਂ ਦੀ ਸੇਵਾ ਵਿੱਚ ਬਕਾਲਾ ਵਿੱਚ ਰੁਝੇ ਰਹੇ। ਉਹ ਗੁਰੂਆਂ ਦੀਆਂ ਗਿਆਨ ਭਰੀਆਂ ਗੱਲਾਂ ਸੁਣਾਉਂਦੇ ਰਹੇ, ਅਤੇ ਸਾਲਾਂ ਬਾਅਦ ਬਕਾਲਾ ਵਿੱਚ ਹੀ ਸਾਰੀ ਮਾਨਵਤਾ ਦੇ ਕਲਿਆਣ ਲਈ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਅਲੌਕਿਕ ਪ੍ਰਕਾਸ਼ ਲੋਕਾਂ ਨੂੰ ਅਰਪਣ ਕੀਤਾ। ਉਹਨਾਂ ਦੇ ਗਿਆਨ ਨੂੰ, ਧਰਮ ਦੇ ਸੁਨੇਹੇ ਨੂੰ, ਦਇਆ ਦੇ ਸਾਰ ਨੂੰ ਸਭ ਤੱਕ ਪਹੁੰਚਾਉਣ ਲਈ ਉਹ ਯਾਤਰਾ ਕਰਦੇ ਰਹੇ, ਉੱਤਰੀ ਇਲਾਕਿਆਂ ਤੋਂ ਪੂਰਬ ਵੱਲ। ਭਾਰਤ ਦੇਸ਼ ਵਿੱਚ ਸ਼ਾਂਤੀ ਦਾ ਇਹ ਸੁਨੇਹਾ ਇੱਕ ਦਮਨਕਾਰੀ ਪਾਸ਼ਾ ਸੰਕਟ ਨਹੀਂ ਆਇਆ। ਆਰੀ ਸੀ ਉਹ ਜਿਸ ਨੂੰ ਸਹਿਣਸ਼ੀਲਤਾ, ਪ੍ਰਭੂਸੱਤਾ ਅਤੇ ਧਾਰਮਿਕ ਸੁਤੰਤਰਤਾ ਮਨਜ਼ੂਰ ਨਹੀਂ ਸੀ। ਉਸ ਦਾ ਦੁਰਾਚਾਰ ਵਾਲਾ ਫਰਮਾਨ ਸੀ, ਸਾਰਿਆਂ ਨੂੰ ਇਸਲਾਮ ਕਬੂਲ ਕਰਾਓ, ਜੋ ਨਾ ਮੰਨੇ ਉਸ ਨੂੰ ਮੌਤ ਦੇ ਘਾਟ ਉਤਾਰੋ। ਇਸ ਮਹਾਨਵੀ ਫਰਮਾਨ ਨਾਲ ਚਾਰੇ ਪਾਸੇ ਦਹਿਸ਼ਤ ਸੀ, ਮਦਦ ਲਈ ਚੀਖੋਕਾਰ ਮਚੀ ਸੀ। ਔਰੰਗਜ਼ੇਬ ਦਾ ਇਹ ਧਾਰਮਿਕ ਅਤਿਆਚਾਰ ਕਸ਼ਮੀਰ ਦੀਆਂ ਘਾਟੀਆਂ ਤੱਕ ਪਹੁੰਚਿਆ। ਕਸ਼ਮੀਰੀ ਪੰਡਤਾਂ ਨੂੰ ਪਰੇਸ਼ਾਨ ਕੀਤਾ ਗਿਆ, ਧਰਮ ਬਦਲਣ ਲਈ ਮਜਬੂਰ ਕੀਤਾ ਗਿਆ। ਜੀਵਨ ਦੀ ਰੱਖਿਆ ਅਤੇ ਆਸਥਾ ਨੂੰ ਸੁਰੱਖਿਅਤ ਕਰਨ ਲਈ ਕਸ਼ਮੀਰੀ ਪੰਡਿਤ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਆਨੰਦਪੁਰ ਪੁੱਜੇ। ਉਹਨਾਂ ਨੇ ਗੁਰੂ ਜੀ ਅੱਗੇ ਗੁਹਾਰ ਲਗਾਈ, ਧਰਮ ਦੀ ਰੱਖਿਆ ਲਈ। ਇਸ ਬੇਨਤੀ ਨੂੰ ਗੁਰੂ ਜੀ ਨੇ ਪ੍ਰਵਾਨ ਕੀਤਾ, ਬਲਕਿ ਧਰਮ ਦੀ ਰੱਖਿਆ ਦੀ ਜ਼ਿੰਮੇਵਾਰੀ ਨੂੰ ਖੁਸ਼ੀ-ਖੁਸ਼ੀ ਸਵੀਕਾਰ ਕੀਤਾ। ਇਸ ਨਤੀਜਾ ਕੀ ਹੋਏਗਾ, ਪਰ ਉਹਨਾਂ ਦਾ ਵਚਨ ਅਟਲ ਸੀ। ਔਰੰਗਜ਼ੇਬ ਇਸ ਨੂੰ ਬਰਦਾਸ਼ਤ ਨਾ ਕਰ ਸਕਿਆ। ਉਸਨੇ ਗੁਰੂ ਜੀ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦਿੱਤਾ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਤਲਵਾਰ ਨਾਲ ਸਾਰੇ ਦਮਨਕਾਰੀ ਕੰਮ ਉੱਠਦੇ, ਪਰ ਉਹਨਾਂ ਦਾ ਫੈਸਲਾ ਸੀ, ਤੇਗ ਨਹੀਂ, ਧਰਮ ਦੀ ਰੱਖਿਆ ਲਈ ਤਲਵਾਰ ਨਹੀਂ, ਸੱਚ ਦੀ ਲੋੜ ਹੈ। 3 ਸਾਥੀ ਭਾਈ ਮਤੀ ਦਾਸ ਜੀ,
ਭਾਈ ਸਤੀਦਾਸ ਭਾਈ ਦਿਆਲਾ ਜੀ ਨੂੰ ਗੁਰੂ ਜੀ ਸਮੇਤ ਆਗਰਾ ਵਿੱਚ ਗ੍ਰਿਫਤਾਰ ਕੀਤਾ ਅਤੇ ਫਿਰ ਦਿੱਲੀ ਲਿਆਉਂਦਾ ਗਿਆ। अलौकिक देश ਨਾਲ ਗੁਰੂ ਜੀ ਦਿੱਲੀ ਆਏ, ਪਰ ਸ਼ੈਤਾਨ ਮਨ ਉਜਾਲੇ ਨੂੰ ਕਿੱਥੇ ਸਮਝਦੇ। ਤੇਜ ਨੂੰ ਉਹਨਾਂ ਦੀਆਂ ਅੱਖਾਂ ਸਹਿ ਨਹੀਂ ਸਕਦੀਆਂ। ਦਿੱਲੀ ਵਿੱਚ ਗੁਰੂ ਜੀ ਨੂੰ ਬੰਦੀ ਬਣਾ ਲਿਆ ਗਿਆ ਤੇ ਕਿਹਾ ਗਿਆ, ਆਪਣਾ ਚਮਤਕਾਰ ਦਿਖਾਓ ਜਾਂ ਇਸਲਾਮ ਕਬੂਲ ਕਰੋ, ਨਹੀਂ ਤਾਂ रूह कम जाए अजही मौत लई तैयार हो जाओ। गुरु जी अडोल रहे। वो कैद विच भी अनेक शब्दां की रचना करते रहे। अडोल अते अमर सच ते अटल रहे। औरंगजेब की सजा उन्होंने चुका नहीं सकी। गुरु जी ने सजा देन लई जुल्म ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਗਈਆਂ। 11 ਨਵੰਬਰ 1675 ਹਜ਼ਾਰਾਂ ਲੋਕਾਂ ਦੇ ਸਾਹਮਣੇ ਚਾਂਦਨੀ ਚੌਕ ਵਿੱਚ ਮੁਗਲ ਸਾਮਰਾਜ ਨੇ ਬਹੁਤ ਹੀ ਘਿਨਾਉਣਾ ਕੰਮ ਕੀਤਾ। ਭਾਈ ਮਤੀ ਦਾਸ ਜੀ ਸਭ ਦੇ ਸਾਹਮਣੇ ਲਿਆਂਦਾ ਗਿਆ। ਉਹਨਾਂ ਨੂੰ ਇਸਲਾਮ ਕਬੂਲ ਕਰਨ ਲਈ ਮਜਬੂਰ ਕੀਤਾ ਗਿਆ, ਪਰ ਉਹ ਅਡੋਲ ਰਹੇ। ਲੱਕੜਾਂ ਨਾਲ ਬੰਨ ਕੇ ਆਰੇ ਨਾਲ ਚੀਰ ਕੇ ਉਹਨਾਂ ਦੇ ਸਰੀਰ ਦੇ 2 ਟੁਕੜੇ ਕਰ ਦਿੱਤੇ। ਸ਼ਹੀਦੀ ਸਮੇਂ ਵੀ ਉਹ ਅਡੋਲ ਮਨ ਵਿੱਚ ਚਰਖੀ ਦੀ ਬਾਣੀ ਦਾ ਪਾਠ ਕਰਦੇ ਰਹੇ। ਭਾਈ ਦਿਆਲਾ ਜੀ ਲਹੂ ਦੀ ਉਤਾਰ ਦਿਖਾਈ ਗਈ, ਪਰ ਉਹਨਾਂ ਦੇ ਮਨ ਦੀ ਚੇਤਨਾ ਕਿਤੇ ਕੋਈ ਭੰਗ ਕਰ ਸਕਦਾ ਸੀ। ਉਬਲਦੇ ਹੋਏ ਪਾਣੀ ਦੇ ਸਾਹਮਣੇ ਨੂੰ ਆਖਿਆ, ਉਹ ਉਸ ਪਾਣੀ ਵਿੱਚ ਉਤਰ ਗਏ, ਸ਼ਹਾਦਤ ਨੂੰ ਗਲੇ ਲਗਾ ਲਿਆ। ਭਾਈ ਮਤੀ ਦਾਸ ਜੀ ਨੂੰ ਧਰੂ ਵਿੱਚ ਲਪੇਟ ਕੇ ਅੱਗ ਲਗਾ ਦਿੱਤੀ ਗਈ, ਪਰ ਉਹ ਸਥਿਰ ਰਹੇ। ਉਹਨਾਂ ਦਾ ਸਰੀਰ ਜਾਗਦੀ ਸੀ, ਪਰ ਗੁਰੂ ਦੀ ਬਾਣੀ ਪੜ੍ਹਦੇ ਹੋਏ ਉਹ ਸਦਾ ਨੇ ਆਪਣੀ ਸ਼ਹਾਦਤ ਨਾਲ ਰੌਸ਼ਨ ਹੋ ਗਏ। गुरु जी ने देखा मौत ਨੂੰ ਸਾਹਮਣੇ, ਪਰ ਆਤਮਾ ਨੂੰ ਨਿਰਵਾਣ ਵਿੱਚ ਤੇ ਆਪ ਅਡੋਲ ਰਹੇ ਪੱਕੇ ਇਰਾਦੇ ਦੇ ਨਾਲ। ਦਿੱਲੀ ਦੀ ਚਾਂਦਨੀ ਚੌਕ ਵਿੱਚ ਲਾਲ ਕਿਲੇ ਦੇ ਕੋਲ ਗੁਰੂ ਜੀ ਦੇ ਸੀਸ ਤੇ ਤਲਵਾਰ ਚੱਲੀ। पर कोई भी उन्होंने सच ਨੂੰ नहीं झुका सके। खून वगिया, पर धर्म ਦੀਆਂ ਜੜਾਂ ਹੋਰ ਗਹਿਰੀਆਂ ਹੋ ਗਈਆਂ। श्री गुरु तेग बहादुर जी ने शहादत स्वीकार की थी। जिथे गुरु जी की शहादत हुई, ਉੱਥੇ ਅੱਜ गुरुद्वारा सीसगंज साहिब स्थित है। ਅਤੇ ਜਿੱਥੇ ਪਵਿੱਤਰ ਸਰੀਰ ਦਾ ਸੰਸਕਾਰ ਹੋਇਆ, ਉੱਥੇ ਗੁਰਦੁਆਰਾ ਰਕਾਬਗੰਜ ਸਾਹਿਬ ਸਥਿਤ ਹੈ। ਉਹਨਾਂ ਦਾ ਪਵਿੱਤਰ ਸੀਸ ਆਨੰਦਪੁਰ ਸਾਹਿਬ ਦੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਵਿੱਚ ਅਗਨ ਭੇਂਟ ਕੀਤਾ ਗਿਆ। ਤਿਲਕ ਜਨੇਊ ਕਦੇ ਉਹਨਾਂ ਨੇ ਧਾਰਨ ਨਹੀਂ ਕੀਤਾ ਸੀ, ਪਰ ਤਿਲਕ ਅਤੇ ਜਨੇਊ ਦੀ ਰੱਖਿਆ ਲਈ ਉਹਨਾਂ ਨੇ ਸ਼ਹਾਦਤ ਦਿੱਤੀ। कर्म हेत साका जिन किया, सीस दिया पर सिर ना दिया। उन्हां दी शहादत गुरु दी जोत का अनंत विस्तार सी, जिसका दर्शन हिंद दे जन जन
कण कण में मिलिया। ਉਹ ਜੋਤ ਹੁਣ ਕੇਵਲ ਜੋਤ ਨਹੀਂ, ਉਹ ਹੁਣ ਵੀ ਹਿੰਦ ਦੀ ਚਾਦਰ, ਸ੍ਰਿਸ਼ਟੀ ਦੀ ਚਾਦਰ ਹੈ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ। श्री गुरु तेग बहादुर जी की शहादत केवल इतिहास नहीं बल्कि प्रेरणा है कि जदों भी अन्याय विरुद्ध उठना पए तां अपनी आत्मा की आवाज ही सब तो बड़ी तलवार है। ये उस सिक्ख्या की याद दिलाता है जो अंधकार तो प्रकाश वल, भय तो साहस वल ਅਤੇ ਭੇਦ ਤੋਂ ਏਕਤਾ ਵੱਲ ਲੈ ਜਾਂਦੀ ਹੈ। ਇਹ ਸੁਨੇਹਾ ਹੈ ਸਿੱਖਾਂ ਨੇ ਸਾਰੀ ਮਾਨਵਤਾ ਦੇ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ। ਸਤਨਾਮ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ